जी अस्सलाम वालेकुम मेरे दोस्तों तरीक हो गई जे 20 अज दी ते कोर्टां 'च लगे जे केस अजकल पुराने बड़े बड़े लंबे चौड़े ਜਿਹੜੇ केस ਹੈਗੇ ਸੀ ਚੱਲ ਰਹੇ ਨੇ ਤੇ ਦੇਖ ਰਹੇ ਆ ਜੱਜਾਂ ਦੀ ਕੀਤੀਆਂ ਹੱਥਾਂ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ ਜੱਜਾਂ ਨੂੰ ਜੱਜ ਸਾਰੇ ਹੀ ਜ਼ਲੀਲ ਹੋ ਰਹੇ ਨੇ ਗੰਦੇ ਫੈਸਲੇ ਕਰਕੇ ਆਇਨ ਤੇ ਕਾਨੂੰਨ ਤੋਂ ਹਟ ਕੇ ਫੈਸਲੇ ਕੀਤੇ ਜਿਹੜੇ ਕਿ ਇਹਨਾਂ ਦੇ ਗਲੇ 'ਚ ਪੈ ਗਏ ਨੇ ਜਿਹੜੇ ਕਿ ਹੁਣ ਸਮਝ ਨਹੀਂ ਲੱਗਦੀ ਇਹਨਾਂ ਨੂੰ ਕਿਹੜੇ ਪਾਸੇ ਫਿੱਟ ਕਰੀਏ ਬਜਾਏ ਇਹਨਾਂ ਦਾ ਕੋਈ ਫੈਸਲਾ ਫਿੱਟ ਹੋਵੇ ਇਹ ਆਪ ਹੀ ਫਿੱਟ ਹੋਈ ਜਾ ਰਹੇ ਨੇ ਹੁਣ ਇਸ ਤਰ੍ਹਾਂ ਹੋਇਆ ਕਿ ਵੀ ਇਮਰਾਨ ਖਾਨ ਦੇ ਜਿਹੜੇ ਅਨਸਰੇ ਕੇਸ ਹੈਗੇ ਸੀ ਪਹਿਲੇ ਉਹਨੂੰ ਸੁਪਰੀਮ ਕੋਰਟ ਨੇ ਛੱਡਿਆ ਵਿੱਚ ਪੈ ਕੇ ਤੇ ਉਹਨੂੰ ਬਚਾ ਦਿੱਤਾ ਫਿਰ ਛੁੱਟੀ 'ਤੇ ਗਿਆ ਸੀ ਅਤਰ ਮਨਲਾ ਉਹ ਆ ਗਿਆ ਵਾਪਸ ਉਹਨੇ ਆ ਕੇ ਫੁੱਲ ਜਿਹੜੀ ਹੁੰਦੀ ਨਾ ਫੁੱਲ ਉਹ ਸਾਰੀਆਂ ਕਰਤੀਆਂ ਅਤੇ ਉਹਨੂੰ ਜਨਾਬ ਕਾਨੂੰਨ ਉਹਦੇ ਵਾਸਤੇ ਹੋਰ ਬਣਾ ਦਿੱਤਾ ਗਿਆ ਆਇਨ ਉਹਦੇ ਵਾਸਤੇ ਹੋਰ ਬਣਾ ਦਿੱਤਾ ਗਿਆ ਇਮਰਾਨ ਖਾਨ ਵਾਸਤੇ ਬਾਕੀ ਪਾਕਿਸਤਾਨ ਵਾਸਤੇ ਹੋਰ ਬਣਾ ਦਿੱਤਾ ਗਿਆ ਅਤੇ ਗੰਦ ਚੂਨ ਪੂਰਾ ਵੱਜ ਰਿਹਾ ਇੱਕ ਕੇਸ ਹੋਰ ਅੱਜ ਅਸੀਂ ਡਿਸਕਸ ਕਰਾਂਗੇ ਉਹ ਹੈਗਾ ਮਰੀਮ ਨਵਾਜ਼ ਦਾ ਮਰੀਮ ਨਵਾਜ਼ ਦਾ ਜਿਹੜਾ ਕੇਸ ਹੈਗਾ ਉਹ ਇਹਨਾਂ ਨੇ ਉਹਨੂੰ ਸੁਣਦੇ ਨਹੀਂ ਸੀਗੇ ਬੈਂਚ ਬਣਾਉਂਦੇ ਸੀ ਬੈਂਚ 'ਤੇ ਡੇਟ ਆਉਂਦੀ ਸੀ ਤਰੀਕ ਪੈਂਦੀ ਸੀ ਪਹਿਲੇ ਤਰੀਕ ਨਹੀਂ ਸੀ ਪੈਂਦੀ ਤਰੀਕ ਪੈਂਦੀ ਸੀ ਬੈਂਚ 'ਤੇ ਬੈਂਚ ਟੁੱਟ ਜਾਂਦਾ ਸੀ ਇਹ ਹੁਣ ਵੀ ਇਹਨਾਂ ਦੀ ਆਪਣੀ ਹਕੂਮਤ ਦੇ ਵਿੱਚ ਵੀ ਬੈਂਚ ਟੁੱਟ ਗਿਆ ਉਹਨਾਂ ਕਹਿੰਦੇ ਸੀ ਨਹੀਂ ਸੁਣਦੇ ਉਸ ਤੋਂ ਬਾਅਦ ਇਹ ਜਿਹੜੀ ਡਰਾਮੇ ਚੱਲਦੇ ਰਹੇ ਨੇ ਸਭ ਕੁਝ ਹੁੰਦਾ ਰਿਹਾ ਜਿਹੜੀ ਸਾਡੀ ਤਲਾਹ ਹੈਗੀ ਉਹਦੇ ਮੁਤਾਬਕ ਇਹ ਹੋਇਆ ਕਿ ਜਦੋਂ ਇੱਥੇ ਆਏ ਨੇ ਚਾਚੂ ਹੋਰੀ ਅਤੇ ਦੋ ਬੰਦਿਆਂ ਨੂੰ ਝਿੜਕਾਂ ਪਈਆਂ ਨੇ ਦੋ ਬੰਦਿਆਂ ਨੂੰ ਕਿਹਦੇ ਕੋਲੋਂ ਨਵਾਜ਼ ਸ਼ਰੀਫ ਕੋਲੋਂ ਨਵਾਜ਼ ਸ਼ਰੀਫ ਸਾਹਿਬ ਨੇ ਮੇਰੇ ਹਿਸਾਬ ਨਾਲ ਦੋ ਬੰਦਿਆਂ ਨੂੰ ਝਿੜਕਾਂ ਮਾਰੀਆਂ ਨੇ ਇੱਕ ਤਾਂ ਖਾਜਾ ਆਸਫ ਨੂੰ ਝਿੜਕਾਂ ਪਈਆਂ ਨੇ ਅਤੇ ਉਹ ਸ਼ੁਗਲ ਦੇ ਤੌਰ 'ਤੇ ਕਿਹਾ ਸੀ ਉੱਥੇ ਆਉਂਦਾ ਹੈ ਨਾ ਸ਼ੁਗਰ ਲਾ ਕੇ ਅਤੇ ਉਹਨੇ ਸ਼ੁਗਰ ਲਾਉਣ ਵਾਸਤੇ ਸਾਫੀ ਨੇ ਪੁੱਛਿਆ ਕਿੱਥੇ ਚਲੇ ਜਾਏ ਕਹਿੰਦਾ ਜੇ ਅਸੀਂ ਮੀਆਂ ਨਵਾਜ਼ ਸ਼ਰੀਫ ਨਾਲ ਮਸ਼ਵਰਾ ਕਰਨ ਚੱਲੇ ਆਰਮੀ ਚੀਫ ਵਾਸਤੇ ਉਸ ਵੇਲੇ ਤੋਂ ਉਹਨੂੰ ਝਿੜਕਾਂ ਪਈਆਂ ਨੇ ਅਤੇ ਦੂਸਰਾ ਝਿੜਕਾਂ ਪਈਆਂ ਨੇ ਇਹਨੂੰ ਚਾਚੂ ਨੂੰ ਸ਼ਹਿਬਾਜ਼ ਸ਼ਰੀਫ ਨੂੰ ਉਹਨਾਂ ਨੇ ਕਿਹਾ ਕਿ ਭਾਈ ਤੂੰ ਬੜੀਆਂ ਹਕੂਮਤ ਕਰਦਾ ਫਿਰਨਾ ਬੜਾ ਵਜ਼ੀਰ ਆਜ਼ਮ ਬਣਿਆ ਫਿਰਨਾ ਮੈਨੂੰ ਤਾਂ ਇੰਨੀ ਗੱਲ ਸਮਝਾ ਕਿ ਉਹ ਵੀ ਬੰਦਾ ਵਜ਼ੀਰ ਆਜ਼ਮ ਵੀ ਬਣਿਆ ਸੀ ਨਾ ਤੁਹਾਨੂੰ ਸਾਰਿਆਂ ਨੂੰ ਚੁੱਕ ਕੇ ਉਹਨੇ ਅੰਦਰ ਕਰਤਾ ਸੀ ਉਹਨੇ ਕੋਈ ਨਾ ਕਾਨੂੰਨ ਵੇਖਿਆ ਨਾ ਅਸੂਲ ਵੇਖਿਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਅਸੂਲ ਕਾਨੂੰਨਾਂ ਦੀ ਤਰ੍ਹਾਂ ਨਾ ਵੇਖੋ ਮੈਂ ਨਹੀਂ ਕਹਿੰਦਾ ਕਿ ਉਹਦੀ ਤਰ੍ਹਾਂ ਕਰੋ ਕਮ ਅਜ਼ ਕਮ ਜਾਇਜ਼ ਕੰਮ ਤਾਂ ਕਰੋ ਜਿਹੜੇ ਜਾਇਜ਼ ਕੰਮ ਨੇ ਜਿਹੜੇ ਗਲਤ ਕੇਸ ਨੇ ਉਹ ਤਾਂ ਚੱਲਣ ਤੁਸੀਂ ਉਹ ਵੀ ਨਹੀਂ ਚਲਵਾ ਸਕਦੇ ਪਏ ਫਿਰ ਇਸ ਵਜ੍ਹਾ ਤੋਂ ਮੇਰਾ ਖਿਆਲ ਹੈ ਕਿ ਕੋਈ ਚਾਬੀ ਚੁੱਬੀ ਮਰੋੜੀ ਗਈ ਹੈ ਅਤੇ ਮਰੀਮ ਦਾ ਅੱਜ ਕੇਸ ਉਹਨਾਂ ਨੇ ਸੁਣਿਆ ਫੈਸਲਾ ਤਾਂ ਕੀ ਬਗੈਰਤੀ ਕਰਦੇ ਨੇ ਕੀ ਨਹੀਂ ਕਰਦੇ ਇਹ ਕੋਈ ਪਤਾ ਨਹੀਂ ਲੇਕਿਨ ਉਹਨਾਂ ਨੇ ਕੇਸ ਅੱਜ ਸੁਣਿਆ ਅਤੇ ਗੱਲ ਤਾਂ ਜੱਜਾਂ ਨੂੰ ਵੀ ਪਤਾ ਸੀ ਸਾਰਿਆਂ ਨੂੰ ਪਤਾ ਸੀ ਕਿ ਵੀ ਇਹ ਵਿੱਚ ਗੱਲ ਤਾਂ ਕੋਈ ਵੀ ਨਹੀਂ ਹੈਗੀ ਉਹ ਫੈਬਰੀਕੇਸ਼ਨ ਕੀਤੀ ਸੀ ਇੱਕ ਬਣਾਉਂਦੇ ਸੀ ਨਾ ਇੱਕ ਫੈਬਰੀਕੇਸ਼ਨ ਕੀਤੀ ਇੱਕ ਕਾਗਜ਼ ਲੜਾਏ ਉਹਨਾਂ ਦਾ ਇੱਕ ਫਾਰਮੂਲਾ ਸੀ ਕਾਗਜ਼ ਲੜਾਏ ਉਸ ਤੋਂ ਬਾਅਦ ਉਹਨੂੰ ਲਾਤਾ ਛੱਡਤਾ ਕਿ ਉਹਦੇ 'ਤੇ ਇਲਜ਼ਾਮ ਲਾਤੇ ਉਹਨਾਂ ਇਲਜ਼ਾਮਾਂ ਤੋਂ ਬਾਅਦ ਉਹ ਕੀ ਕਰਦੇ ਸੀ ਉਹਦੇ 'ਤੇ ਕੇਸ ਬਣਾ ਦਿੰਦੇ ਸੀ ਕੇਸ ਦੇ ਪਿੱਛੇ ਬੈਕਅਪ ਹੁੰਦੀ ਨਹੀਂ ਸੀ ਉਹਦੇ ਪ੍ਰੂਫ ਵਗੈਰਾ ਹੁੰਦੇ ਨਹੀਂ ਸੀ ਉਹਨਾਂ ਫਿਰ ਹੱਲ ਕੀ ਕਰਦੇ ਸੀ ਤਰੀਕ ਨਹੀਂ ਸੀ ਲਾਉਂਦੇ ਅਤੇ ਜੇ ਤਰੀਕ ਲੱਗ ਜਾਂਦੀ ਸੀ ਫਿਰ ਬੈਂਚ ਤੋੜ ਦਿੰਦੇ ਸੀ ਜਿੰਨੇ ਵੀ ਕੇਸ ਇਹਨਾਂ ਨੇ 2 ਨੰਬਰ ਬਣਾਏ ਨੇ ਉਹਨਾਂ 'ਚ ਇਸ ਤਰ੍ਹਾਂ ਹੀ ਕਰਦੇ ਰਹੇ ਨੇ ਉਹਨੂੰ ਲਿੰਗਰ ਔਨ ਕਰਕੇ ਲਟਕਾ ਕੇ ਕੇਸਾਂ ਨੂੰ ਲਿਜਾ ਕੇ ਹੁਣ ਮਸਲਾ ਹੈਗਾ ਕਿ ਇਹ ਤਾਂ ਹੋ ਗਈ ਸਿਆਸਤਦਾਨਾਂ ਦੀ ਸਾਰੀਆਂ ਗੱਲਾਂ ਸਿਆਸਤਦਾਨ ਵੀ ਕਹਿੰਦੇ ਨੇ ਸਾਡੀ ਸਿਆਸਤ ਦੀ ਗੱਲਾਂ ਕਰੋ ਇਸੇ ਤਰ੍ਹਾਂ ਹੀ ਫੌਜੀ ਕਹਿੰਦਾ ਸਾਡੀ ਫੌਜੀਆਂ ਦੀ ਗੱਲ ਕਰੋ ਪਾਕਿਸਤਾਨ ਜਿਹੜਾ ਨਾ ਉਹ ਨਹੀਂ ਕਹਿੰਦਾ ਕਿ ਸਾਡੀ ਵੀ ਗੱਲ ਕਰੋ ਜਨਾਬ ਪਾਕਿਸਤਾਨੀ ਇਹਨਾਂ ਨੂੰ ਉੱਠ ਕੇ ਜਿਹੜਾ ਬੰਦਾ ਸਾਡਾ ਬਹੁਤਾ ਦੁਸ਼ਮਣ ਹੁੰਦਾ ਉਹਨੂੰ ਜ਼ਿੰਦਾਬਾਦ ਜਾਂ ਮੁਰਦਾਬਾਦ ਕਰਨ ਲੱਗ ਪੈਂਦਾ ਅਤੇ ਇਹ ਨਹੀਂ ਕਹਿੰਦਾ ਕਿ ਵੀ ਸਾਡੇ ਵਾਸਤੇ ਵੀ ਕੁਛ ਸੋਚ ਲਓ ਅਸੀਂ ਤੁਹਾਨੂੰ ਵੋਟ ਦਿੱਤੇ ਨੇ ਸਭ ਕੁਝ ਕੀਤਾ ਸਾਡੇ ਵਾਸਤੇ ਵੀ ਕੁਛ ਕਰੋ ਬਹਰਹਾਲ ਮੇਰੇ ਇੱਕ ਗੱਲ ਯਾਦ ਰੱਖਣਾ ਪਾਕਿਸਤਾਨ ਦੇ ਵਿੱਚ ਇੱਕ ਚੀਜ਼ ਇਹਨਾਂ ਨੇ ਬਹੁਤ ਸਾਰੀ ਚੀਜ਼ਾਂ ਬਹੁਤ ਦਫਾ ਟਾਈਮ ਕੁਛ ਚੀਜ਼ਾਂ ਇਸਤੇਮਾਲ ਕੀਤੀਆਂ ਨੇ ਉਹਨਾਂ ਨੂੰ ਇਹਨਾਂ ਨੂੰ ਇਸਤੇਮਾਲ ਕਰਨ ਦੇਣਾ ਉਹ ਕਿਹੜੀਆਂ ਚੀਜ਼ਾਂ ਨੇ ਜਿਸ ਤਰ੍ਹਾਂ ਕਿ ਕੁਛ ਅਰਸੇ ਬਾਅਦ ਦੌਰਾ ਪੈਦਾ ਇਹਤਸਾਬ ਦਾ ਇਹਤਸਾਬ ਕਰਨਾ ਹੈ ਜੀ ਅਸੀਂ ਇਹਤਸਾਬ ਅਗਰ ਕਰਨਾ ਹੈ ਸਾਰਿਆਂ ਦਾ ਕਰਨਾ ਹੈ ਅਤੇ ਨਾਨ ਸਟਾਪ ਕਰਨਾ ਹੈ ਵਰਨਾ ਇਹਤਸਾਬ ਇੱਕ ਬੰਦਾ ਉੱਠ ਕੇ ਕਹੇ ਮੈਂ ਦੂਸਰੇ ਦਾ ਕਰਨਾ ਨਹੀਂ ਕਰਨ ਦੇਣਾ
ਫੌਜੀ ਕਹਿਣ ਜੇ ਅਸੀਂ ਉੱਠ ਕੇ ਦੂਸਰਿਆਂ ਦਾ ਕਰਨਾ ਨੂੰ ਕਹੋ ਫੌਜੀ ਸਾਹਿਬ ਤੁਸੀਂ ਕਰਨਾ ਹੈ, ਠੀਕ ਕਰੋ, ਪਹਿਲੇ ਆਪਣਾ ਕਰੋ ਹਿਸਾਬ। ਸਿਆਸਤਦਾਨ ਕਹੇ ਜੀ ਮੈਂ ਇਹਨਾਂ ਦਾ ਹਿਸਾਬ ਕਰਾਂ, ਉਹਨੂੰ ਕਹੋ ਜੀ ਠੀਕ ਹੈ, ਉਹ ਹਿਸਾਬ ਕਰੇ ਪਹਿਲੇ ਆਪਣਾ ਕਰ ਲਵੇ ਹਿਸਾਬ। ਦੂਸਰਾ ਕਾਲਾ ਬਾਗ ਡੈਮ, ਤੀਸਰਾ ਜਨੂਬੀ ਪੰਜਾਬ ਸੂਬਾ ਮਾਸ। ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਨਾਲ ਦੋ ਚਾਰ ਹੋਰ ਵੀ ਹੋਣਗੀਆਂ, ਬੜਾ ਮੋਟੀਆਂ ਚੀਜ਼ਾਂ ਨੇ। ਇਹ ਜਦੋਂ ਇਹਨਾਂ ਚੀਜ਼ਾਂ ਦਾ ਨਾਮ ਆਉਂਦਾ ਉਦੋਂ ਸਮਝੋ ਕਿ ਪਾਕਿਸਤਾਨੀਆਂ ਦੀ ਕਿਸਮਤ ਫੁੱਟ ਗਈ ਹੈ ਅਤੇ ਇਹਨਾਂ ਦੇ ਕੋਈ 5-7 ਸਾਲ 10 ਸਾਲ ਗਏ ਹੋਣ, ਜਦੋਂ ਇਹ ਤਿੰਨ ਚੀਜ਼ਾਂ ਦਾ ਕੋਈ ਨਾਮ ਆ ਜਾਵੇ। ਹੁਣ ਅੱਗੋਂ ਫਿਊਚਰ ਵਿੱਚ ਤੁਸੀਂ ਯਾਦ ਰੱਖਣਾ ਹੈ ਇਹਨਾਂ ਤਿੰਨਾਂ ਗੱਲਾਂ ਜਿਹੜੀ ਗੱਲ ਹੈ ਜਾਵੇ ਨਾ, ਸ਼ੋਰ ਪਿਆ ਜਾਵੇਗਾ ਜੀ ਇਹਦੀ ਬੜੀ ਜ਼ਰੂਰਤ ਹੈਗੀ ਹੈ। ਸਮਝਣਾ ਪਾਕਿਸਤਾਨੀਆਂ ਤੁਹਾਡੇ 8-10 ਸਾਲ ਹੋਰ ਗਏ, ਤੁਹਾਡੀ ਨਸਲਾਂ ਹੋਰ ਤਬਾਹ ਹੋ ਗਈਆਂ, ਇੱਕ ਨਸਲ ਹੋਰ ਤੁਹਾਡੀ ਅੱਗੇ ਚੱਲ ਜਾਏਗੀ। ਤੇ ਵੀਡੀਓ ਲੰਬੀ ਹੋ ਗਈ ਹੈ, बाकी गल्लां बाद चो करांगे। अपना ख्याल रखो, मिलते हैं अगले व्लॉग में। थैंक यू, अल्लाह हाफिज़।